ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ। ਤੇ ਅੱਜ ਦਾ ਸਾਡਾ ਟੌਪਿਕ ਹੈ 9ਵੀਂ ਜਮਾਤ ਦੇ ਇਤਿਹਾਸ ਦਾ ਪਾਠ 6 ਰੂਸ ਦੀ ਕ੍ਰਾਂਤੀ। ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਕ੍ਰਾਂਤੀ ਅਸਲ ਦੇ ਵਿੱਚ ਹੁੰਦੀ ਕੀ ਹੈ, ਕ੍ਰਾਂਤੀ ਤੋਂ ਪਹਿਲਾਂ ਜਿਹੜੇ ਰੂਸ ਦੇ ਹਾਲਾਤ ਸਨ ਉਹ ਕਿਹੋ ਜਿਹੇ ਸਨ, ਰੂਸ ਦੇ ਵਿੱਚ ਕ੍ਰਾਂਤੀ ਕਿਉਂ ਆਈ, ਕ੍ਰਾਂਤੀ ਲਿਆਉਣ ਲਈ ਜਿਹੜੀ ਸਭ ਤੋਂ ਮੇਨ ਵਿਚਾਰਧਾਰਾ ਸੀ ਸਮਾਜਵਾਦ, ਉਹਦੇ ਬਾਰੇ ਦੇ ਵਿੱਚ ਪੜ੍ਹਾਂਗੇ। ਦੋ ਮੇਨ ਕ੍ਰਾਂਤੀਆਂ ਹੋਈਆਂ ਜੋ ਮਾਰਚ ਦੀ ਕ੍ਰਾਂਤੀ ਅਤੇ ਨਵੰਬਰ ਦੀ ਕ੍ਰਾਂਤੀ, ਉਹਦੇ ਬਾਰੇ, ਅਤੇ ਉਸ ਤੋਂ ਬਾਅਦ ਪ੍ਰਸ਼ਨ ਉੱਤਰ ਕਵਰ ਕੀਤੇ ਜਾਣਗੇ ਇਸ ਪਾਠ ਨਾਲ ਸੰਬੰਧਿਤ। ਕ੍ਰਾਂਤੀ ਅਸਲ ਦੇ ਵਿੱਚ ਹੁੰਦੀ ਕੀ ਹੈ? ਇਤਿਹਾਸ ਦੇ ਵਿੱਚ ਅਸੀਂ ਅਕਸਰ ਹੀ ਪੜ੍ਹਦੇ ਰਹਿੰਦੇ ਹਾਂ ਕ੍ਰਾਂਤੀ ਸ਼ਬਦ ਬਾਰੇ। ਜੇਕਰ ਅਸੀਂ ਸਾਰੇ ਇਕੱਠੇ ਹੋ ਕੇ, ਸਾਰੇ ਲੋਕ ਮਿਲ ਕੇ ਆਪਣੇ ਹੱਕਾਂ ਲਈ ਲੜੀਏ ਤਾਂ ਅਸੀਂ ਕਿਸੇ ਵੀ ਦੇਸ਼ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਬਦਲਾਅ ਲਿਆ ਸਕਦੇ ਹਾਂ। ਸਰਕਾਰ ਸਾਡੇ ਵਿਰੁੱਧ ਜਾਂ ਜਨਤਾ ਦੇ ਵਿਰੁੱਧ ਕੋਈ ਵੀ ਕਾਨੂੰਨ ਪਾਸ ਕਰਦੀ ਹੈ, ਉਹ ਜਨਤਾ ਦੇ ਹਿੱਤ ਵਿੱਚ ਨਹੀਂ ਹੁੰਦਾ। ਜਨਤਾ ਇਕੱਠੀ ਹੋ ਕੇ ਉਸ ਕਾਨੂੰਨ ਦੇ ਵਿਰੁੱਧ ਲੜਨਾ ਸ਼ੁਰੂ ਕਰ ਦਿੰਦੀ ਹੈ, ਸੜਕਾਂ 'ਤੇ ਉਤਰ ਆਉਂਦੀ ਹੈ ਅਤੇ ਸਰਕਾਰ ਨੂੰ ਝੁੱਕ ਕੇ ਉਹ ਕਾਨੂੰਨ ਵਾਪਸ ਲੈਣੇ ਪੈਂਦੇ ਹਨ, ਤਾਂ ਉਹ ਕੀ ਹੈ, ਇੱਕ ਕ੍ਰਾਂਤੀ ਹੁੰਦੀ ਹੈ। ਜਾਂ ਜਿਵੇਂ ਮੰਨ ਲਓ ਜਦੋਂ ਕੋਈ ਦੇਸ਼ ਹੈ ਲੋਕਾਂ ਦੇ ਰੁਜ਼ਗਾਰ ਦੇ ਲਈ ਕਾਰਖਾਨੇ ਵਗੈਰਾ ਨਹੀਂ ਲਾਉਂਦਾ, ਉੱਥੋਂ ਦਾ ਜਿਹੜਾ ਮਜ਼ਦੂਰ ਵਰਗ ਆ ਉਹਨੂੰ ਰੋਜ਼ਾਨਾ ਜ਼ਿੰਦਗੀ ਦੇ ਲਈ ਰੋਟੀ ਕੱਪੜਾ ਅਤੇ ਮਕਾਨ ਵੀ ਪ੍ਰੋਪਰ ਢੰਗ ਨਾਲ ਨਹੀਂ ਪ੍ਰੋਵਾਈਡ ਹੁੰਦਾ, ਤਾਂ ਜਨਤਾ ਜਿਹੜੀ ਉਹ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੀ ਹੈ। ਜਦੋਂ ਸਾਰੇ ਲੋਕ ਇਕੱਠੇ ਹੋ ਕੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਆਵਾਜ਼ ਉਠਾਉਣ ਲੱਗ ਜਾਂਦੇ ਹਨ, ਤਾਂ ਜਿਹੜਾ ਸ਼ਾਸਨ ਹੈ, ਜਨਤਾ ਜਿਹੜੀ ਉਹ ਪੂਰੇ ਦੇ ਪੂਰੇ ਸ਼ਾਸਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸੇ ਨੂੰ ਹੀ ਕ੍ਰਾਂਤੀ ਦਾ ਨਾਮ ਦਿੱਤਾ ਜਾਂਦਾ। ਇਸੇ ਜਦੋਂ ਜਨਤਾ ਇਕਜੁੱਟ ਹੋ ਕੇ ਕਿਸੇ ਵੀ ਸ਼ਾਸਨ ਨੂੰ ਜਾਂ ਕਿਸੇ ਵੀ ਸਰਕਾਰ ਨੂੰ ਬਦਲਣ ਦੀ ਸਮਰੱਥਾ, ਝੁਕਾਉਣ ਦੀ ਸਮਰੱਥਾ ਰੱਖਦੀ ਹੈ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਕ੍ਰਾਂਤੀ। ਇੱਕ ਬਹੁਤ ਵੱਡਾ ਪਰਿਵਰਤਨ ਕੀ ਹੈ? ਕ੍ਰਾਂਤੀ ਅਖਵਾਉਂਦੀ ਹੈ। ਅੱਜ ਦਾ ਆਪਣਾ ਟੌਪਿਕ ਹੈ ਰੂਸ ਦੀ ਕ੍ਰਾਂਤੀ। ਰੂਸ ਹੈ ਜਿਹੜਾ ਦੁਨੀਆ ਦਾ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਦੇਸ਼ ਹੈ। ਇਹਦੀਆਂ ਹੱਦਾਂ ਨੇ ਦੋ ਭਾਗਾਂ ਨਾਲ, ਦੋ ਮਹਾਂਦੀਪਾਂ ਨਾਲ ਲੱਗਦੀਆਂ ਨੇ, ਯੂਰਪ ਮਹਾਂਦੀਪ ਨਾਲ ਅਤੇ ਏਸ਼ੀਆ ਮਹਾਂਦੀਪ ਨਾਲ ਲੱਗਦੀਆਂ ਨੇ ਇਹਦੀਆਂ ਹੱਦਾਂ। ਯੂਰਪ ਮਹਾਂਦੀਪ ਆ ਜਿਹੜਾ, ਇੱਥੇ ਜਿਹੜੀ ਕ੍ਰਾਂਤੀ ਸੀ, ਯੂਰਪ ਮਹਾਂਦੀਪ ਦੇ ਵਿੱਚ ਕ੍ਰਾਂਤੀ 18ਵੀਂ ਸਦੀ ਦੇ ਵਿੱਚ ਆ ਗਈ ਸੀਗੀ। ਵੱਡੇ ਉਦਯੋਗ ਲੱਗ ਗਏ ਸਨ ਇੱਥੇ, ਅਤੇ ਪਰ ਜਿਹੜਾ ਰੂਸ ਸੀਗਾ ਇੱਧਰ ਉਦਯੋਗਿਕ ਕ੍ਰਾਂਤੀ ਨਹੀਂ ਸੀ ਆਈ, ਜਿਹਦੇ ਕਾਰਨ ਰੂਸ ਦੇ ਵਿੱਚ 1917 ਦੇ ਵਿੱਚ ਜਨਤਾ ਨੇ ਕ੍ਰਾਂਤੀ ਲਿਆਂਦੀ। 19ਵੀਂ ਸਦੀ ਦੇ ਵਿੱਚ ਕੀ ਹੋਇਆ, ਪੱਛਮੀ ਯੂਰਪ ਸੀ ਜਿਹੜਾ, ਉਹਦੇ ਉੱਥੇ ਵੱਡੇ ਉਦਯੋਗ ਲੱਗਣ ਕਰਕੇ ਉਹ ਮਤਲਬ ਬਹੁਤ ਖੁਸ਼ਹਾਲ ਦੇਸ਼ ਬਣ ਗਿਆ ਸੀਗਾ। ਅਤੇ ਦੂਜੇ ਪਾਸੇ ਜਿਹੜਾ ਭਾਰਤ ਨਹੀਂ, ਰੂਸ ਸੀ, ਉਹ ਅਜੇ ਵੀ ਖੇਤੀਬਾੜੀ 'ਤੇ ਆਧਾਰਿਤ ਇੱਕ ਪਛੜਿਆ ਹੋਇਆ ਦੇਸ਼ ਸੀ। ਇਹਦਾ ਕਾਰਨ ਕੀ ਸੀ? ਰੂਸ ਦਾ ਜ਼ਾਰਸ਼ਾਹੀ ਸ਼ਾਸਨ। ਜ਼ਾਰ ਦਾ ਮਤਲਬ ਹੁੰਦਾ ਰਾਜਾ। ਰੂਸੀ ਭਾਸ਼ਾ ਦੇ ਵਿੱਚ ਜ਼ਾਰ ਨੂੰ ਸਰਵਉੱਚ ਸ਼ਾਸਕ ਜਾਂ ਰਾਜੇ ਨੂੰ ਕਿਹਾ ਜਾਂਦਾ, ਜ਼ਾਰ। ਅਤੇ ਉੱਥੋਂ ਦਾ ਜਿਹੜਾ ਰਾਜਾ ਸੀਗਾ ਉਹ ਸੀਗਾ ਜ਼ਾਰ ਨਿਕੋਲਸ ਦੂਜਾ। ਉਹ ਬਹੁਤ ਜ਼ਿਆਦਾ ਤਾਨਾਸ਼ਾਹੀ ਸੀ। ਉਹਦੀ ਪਤਨੀ ਸੀ ਜਰੀਨਾ ਅਤੇ ਇੱਕ ਉਹਦਾ ਮੰਤਰੀ ਸੀਗਾ ਰਾਸਪੁਤਿਨ। ਦੋਨੋਂ ਜਣੇ ਜੋ ਵੀ ਗੱਲ ਕਹਿੰਦੇ ਸੀਗੇ, ਜਿਹੜਾ ਜ਼ਾਰ ਸੀਗਾ ਉਸੇ ਗੱਲ ਨੂੰ ਹੀ ਮੰਨਦਾ ਸੀ। ਅਤੇ ਜਦੋਂ ਕੀ ਕਰਦੇ, ਕੋਈ ਵੀ ਲੋਕ ਕੋਈ ਵੀ ਮੰਗ ਮੰਗਦੇ ਜਾਂ ਕੁਛ ਸਰਕਾਰ ਦੇ ਵਿਰੋਧ 'ਚ ਆਵਾਜ਼ ਉਠਾਉਂਦੇ, ਤਾਂ ਉਹ ਸੈਨਿਕਾਂ ਦੀ ਸਹਾਇਤਾ ਨਾਲ ਕੀ ਸੀ, ਨਿਮਨ ਵਰਗ ਦੇ ਲੋਕਾਂ ਨੂੰ ਦਬਾ ਦਿੰਦਾ ਸੀ ਅਤੇ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਸੈਨਾ ਦੀ ਸਹਾਇਤਾ ਨਾਲ ਕੰਟਰੋਲ ਰੱਖਦਾ ਸੀ। 1861 ਦੇ ਵਿੱਚ ਭਾਵੇਂ ਖੇਤੀ ਤੇ ਪਹਿਲਾਂ ਇੱਥੇ ਦਾਸ ਪ੍ਰਥਾ ਚੱਲਦੀ ਹੁੰਦੀ ਸੀ, ਭਾਵੇਂ ਉਹ ਖਤਮ ਵੀ ਹੋ ਗਈ ਸੀ, ਪਰ ਜਿਹੜੇ ਕਿਸਾਨ ਸੀ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਸੁਧਾਰ ਨਹੀਂ ਆਇਆ, ਕਿਉਂਕਿ ਜਿਹੜੇ ਦਾਸ ਸੀਗੇ ਉਹਨਾਂ ਨੂੰ ਮੁਕਤੀ ਕਰ ਦੇਣਾ ਪੈਂਦਾ ਸੀ ਅਤੇ ਆਪਣੀ ਜ਼ਮੀਨ ਦੇ ਛੋਟੇ ਟੁਕੜੇ ਪ੍ਰਾਪਤ ਕਰਨ ਵਾਸਤੇ ਵੀ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸੀ, ਜਿਹੜੇ ਉਹਨਾਂ ਦੇ ਕੋਲ ਹੁੰਦੇ ਨਹੀਂ ਸੀ। ਪਰ ਫਿਰ ਵੀ ਜ਼ਿਆਦਾਤਰ ਕਿਸਾਨ ਹੁੰਦੇ ਜਿਹੜੇ ਉਹ ਜ਼ਾਰ ਦੇ ਪ੍ਰਤੀ ਵਫਾਦਾਰ ਰਹਿੰਦੇ ਸੀਗੇ। ਉਹਨਾਂ ਨੂੰ ਐਂ ਲੱਗਦਾ ਸੀ ਕਿ ਜਿਹੜੇ ਸਾਡੀਆਂ ਮੁਸੀਬਤਾਂ ਦੇ ਹੱਲ ਨੇ ਉਹ ਜ਼ਾਰ ਦੁਆਰਾ ਹੀ ਕੱਢੇ ਜਾਣਗੇ। ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ, ਰੂਸ ਦੇ ਵਿੱਚ ਵੀ 19ਵੀਂ ਸਦੀ ਦੇ ਅੰਤ ਦੇ ਵਿੱਚ ਉਦਯੋਗੀਕਰਨ ਸ਼ੁਰੂ ਹੋ ਗਿਆ। ਉਦਯੋਗੀਕਰਨ ਹੁੰਦਾ ਕੀ ਆ, ਵੱਡੀਆਂ ਫੈਕਟਰੀਆਂ ਲੱਗ ਜਾਣੀਆਂ, ਵੱਡੇ ਉਦਯੋਗ ਲੱਗ ਜਾਣੇ, ਉਸ ਨੂੰ ਉਦਯੋਗੀਕਰਨ ਕਿਹਾ ਜਾਂਦਾ। ਰੂਸ ਨੇ ਕੀ ਕੀਤਾ, ਰੂਸ ਨੇ ਆਪਣੇ ਆਪ ਨੂੰ ਇੱਕ ਤਾਕਤਵਰ ਦੇਸ਼ ਬਣਾਉਣ ਦੇ ਲਈ 19ਵੀਂ ਸਦੀ ਦੇ ਅੰਤ ਦੇ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਸ਼ੁਰੂ ਕਰਤਾ। ਮਾਸਕੋ ਅਤੇ ਜੁਰਾਲ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਹਾ, ਇਸਪਾਤ ਅਤੇ ਦੂਜੇ ਉਦਯੋਗ ਵਗੈਰਾ ਲਗਾਉਣੇ ਸ਼ੁਰੂ ਕਰਤੇ। ਇਹਦੇ ਨਾਲ ਕੀ ਸੀ, ਜਿਹੜੇ ਲੋਕ ਸੀਗੇ, ਜਿਹੜੇ ਕਾਰਖਾਨੇ ਸੀ ਉਹ ਤਾਂ ਵਿਦੇਸ਼ੀਆਂ ਦੇ ਸੀ, ਉਹਦੇ ਮਾਲਕ ਵਿਦੇਸ਼ੀ ਸੀ,
ਪਰ ਜਿਹੜੇ ਉੱਥੇ ਕੰਮ ਕਰਨ ਵਾਲੇ ਲੋਕ ਸੀਗੇ ਉਹ ਕਾਮੇ ਸੀ। ਉਹ ਕੀ ਕੀਤਾ, ਕਾਰਖਾਨਿਆਂ ਦੇ ਵਿੱਚ ਜਿਹੜੇ ਲੋਕ ਸੀਗੇ, ਆਦਮੀ, ਔਰਤਾਂ ਅਤੇ ਬੱਚੇ ਕਾਰਖਾਨਿਆਂ ਦੇ ਵਿੱਚ ਜਦੋਂ ਕੰਮ ਕਰਨ ਲੱਗ ਪਏ, ਉਹਨਾਂ ਨੂੰ ਪ੍ਰੋਪਰ ਸਹੂਲਤਾਂ ਨਹੀਂ ਮਿਲਦੀਆਂ ਸੀ, ਤਾਂ ਹੌਲੀ ਹੌਲੀ ਉਹ ਇੱਕ ਦੂਜੇ ਦੇ ਨੇੜੇ ਆਉਣ ਲੱਗ ਪਏ। ਜਦੋਂ ਨੇੜੇ ਆਉਣ ਲੱਗ ਪਏ ਤਾਂ ਉਹਨਾਂ ਨੇ ਟੋਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਆਪਣੇ ਆਪਣੇ ਸੰਗਠਨ ਬਣਾਉਣੇ ਸ਼ੁਰੂ ਕਰਤੇ ਮਜ਼ਦੂਰਾਂ ਨੇ, ਜਿਹੜੇ ਅੱਗੇ ਜਾ ਕੇ ਕ੍ਰਾਂਤੀ ਦਾ ਕਾਰਨ ਬਣੇ। ਜਦੋਂ ਰੂਸ ਦੇ ਵਿੱਚ ਉਦਯੋਗੀਕਰਨ ਸ਼ੁਰੂ ਹੋ ਗਿਆ ਤਾਂ ਇਹਦੇ ਕੀ ਪ੍ਰਭਾਵ ਪਏ ਜਿਹੜੀ ਆਮ ਜਨਤਾ ਸੀ। ਇਹਦੇ ਨਾਲ ਕੀ ਹੋਇਆ, ਜਿਹੜੇ ਆਦਮੀ ਸੀ, ਔਰਤਾਂ ਸੀ ਅਤੇ ਬੱਚੇ ਸੀ, ਸਾਰਿਆਂ ਨੂੰ ਕਾਰਖਾਨਿਆਂ ਦੇ ਵਿੱਚ ਕੰਮ ਕਰਨ ਲਈ ਜਾਣਾ ਪੈਂਦਾ ਸੀ। ਖੇਤੀ ਛੱਡ ਕੇ ਕੰਮ ਜ਼ਿਆਦਾ ਘੰਟੇ ਲਿਆ ਜਾਂਦਾ ਸੀ, ਪਰ ਮਜ਼ਦੂਰੀ ਸੀ ਜਿਹੜੀ ਉਹ ਘੱਟ ਦਿੱਤੀ ਜਾਂਦੀ ਸੀ। ਕਈ ਲੋਕ ਸੀ ਜਿਨ੍ਹਾਂ ਨੂੰ ਕਾਰਖਾਨਿਆਂ ਦੇ ਟੈਕਨੀਕਲ ਤਰੀਕੇ ਨਾਲ ਕੰਮ ਨਹੀਂ ਸੀ ਕਰਨਾ ਆਉਂਦਾ, ਮਸ਼ੀਨੀ ਕੰਮ, ਉਹ ਬੇਰੁਜ਼ਗਾਰ ਹੋ ਗਏ। ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਨਹੀਂ ਸੀ ਮਿਲਦਾ ਕਿਉਂਕਿ ਇੱਕ ਮਸ਼ੀਨ ਹੀ ਸਾਰਾ ਕੰਮ ਕਰ ਦਿੰਦੀ ਸੀ। ਅਤੇ ਆਵਾਸ ਅਤੇ ਸਫਾਈ ਦੀਆਂ ਸਮੱਸਿਆਵਾਂ, ਜਦੋਂ ਜਿੱਥੇ ਵੱਡੇ ਵੱਡੇ ਕਾਰਖਾਨੇ ਲੱਗ ਗਏ, ਜਿੱਥੇ ਜਿਹੜੀ ਉਹ ਜਨਤਾ ਰਹਿੰਦੀ ਸੀ, ਉੱਥੋਂ ਉਹਨਾਂ ਨੂੰ ਆਪਣੇ ਘਰ-ਬਾਰ ਤਿਆਗਣੇ ਪੈ ਗਏ। ਅਤੇ ਜਿਹੜੇ ਲੋਕ ਫੈਕਟਰੀਆਂ ਦੇ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਸੀ, ਦੂਸ਼ਿਤ ਹਵਾ ਦੇ ਕਾਰਨ ਉਹਨਾਂ ਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗ ਗਈਆਂ। ਜਦੋਂ ਵੱਡੇ ਕਾਰਖਾਨੇ ਲੱਗ ਗਏ ਤਾਂ ਜਿਹੜੇ ਹੱਥ ਦਸਤ ਕਾਰੀਗਰ ਸੀਗੇ, ਜਿਹੜੇ ਘਰੇ ਆਪਣਾ ਕਾਰੋਬਾਰ ਚਲਾਉਂਦੇ ਸੀ, ਉਹਨਾਂ ਦਾ ਸਾਰਾ ਕੰਮ ਠੱਪ ਹੋ ਗਿਆ, ਕਿਉਂਕਿ ਮਸ਼ੀਨਾਂ ਨਾਲ ਬਣੀ ਚੀਜ਼ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ ਅਤੇ ਹੱਥ ਨਾਲ ਬਣੀ ਚੀਜ਼ ਨੂੰ ਟਾਈਮ ਵੀ ਲੱਗਦਾ ਸੀ। ਇਸ ਕਰਕੇ ਜਿਹੜੇ ਛੋਟੇ ਉਦਯੋਗ ਸੀ ਉਹ ਬਿਲਕੁਲ ਖਤਮ ਹੋ ਗਏ। ਮਜ਼ਦੂਰ ਸੀ ਜਿਹੜੇ, ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਸੀ, ਇਸ ਕਰਕੇ ਉਹਨਾਂ ਦੀ ਸਥਿਤੀ ਸੀ ਜਿਹੜੀ ਬਹੁਤ ਜ਼ਿਆਦਾ ਮਾੜੀ ਹੋ ਗਈ ਸੀ। ਇਸੇ ਕਾਰਨ ਕਰਕੇ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਇਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਅਤੇ ਸਮਾਜਵਾਦ ਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਗਏ। ਉਹ ਸਮਾਜਵਾਦ ਦੀ ਵਿਚਾਰਧਾਰਾ ਅਸਲ ਦੇ ਵਿੱਚ ਹੈ ਕੀ ਸੀ? ਤੁਸੀਂ ਅਕਸਰ ਹੀ ਕਾਰਲ ਮਾਰਕਸ ਬਾਰੇ ਸੁਣਿਆ ਹੋਵੇਗਾ। ਉਹ ਜਰਮਨੀ ਦੇ ਪ੍ਰਸਿੱਧ ਰਾਜਨੀਤਿਕ ਵੀ ਸੀਗੇ, ਅਰਥ ਸ਼ਾਸਤਰੀ ਵੀ ਸੀ, ਸਮਾਜਵਾਦੀ ਵੀ ਸੀ। ਉਹਨਾਂ ਨੇ ਸਮਾਜਵਾਦ ਨੂੰ ਲੈ ਕੇ ਆਪਣੇ ਬਹੁਤ ਜ਼ਿਆਦਾ ਵਿਚਾਰ ਦਿੱਤੇ ਸੀ, ਵੀ ਜੋ ਰੂਸੀ ਲੋਕ ਸੀਗੇ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਹ ਐਂ ਕਹਿੰਦੇ ਸੀ ਕਿ ਜੇਕਰ ਸਮਾਜ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਕੁਝ ਬੁਰਾ ਹੋ ਰਿਹਾ ਤਾਂ ਤੁਸੀਂ ਇਕੱਠੇ ਹੋ ਜਾਓ, ਹੱਲਾ ਕਰ ਦਿਓ, ਪ੍ਰਦਰਸ਼ਨ ਕਰ ਦਿਓ ਅਤੇ ਆਪਣੇ ਅਤੇ ਉਸ ਚੀਜ਼ ਦੇ ਬਦਲਾਅ ਦੇ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿਓ। ਇੱਕ ਹੋਰ ਵਿਚਾਰ ਦਿੰਦੇ ਨੇ ਉਹ ਕਿ ਅੱਜ ਦਾ ਜੋ ਮਜ਼ਦੂਰ ਵਰਗ ਹੈ ਉਹਦੇ ਵਿੱਚ ਇੰਨੀ ਕੁ ਤਾਕਤ ਆ ਕਿ ਉਹ ਸਮਾਜ ਦੇ ਪੂੰਜੀਪਤੀ ਵਰਗ ਨੂੰ ਕਮਿਊਨਿਸਟ ਬਣਾਉਣ ਦਾ ਇੱਛੁਕ ਹੁੰਦਾ ਅਤੇ ਇਹ ਕਰਨ ਦੇ ਲਈ ਉਹ ਹਮੇਸ਼ਾ ਤਤਪਰ ਵੀ ਰਹਿੰਦਾ। ਸਮਾਜਵਾਦ ਦੀ ਵਿਚਾਰਧਾਰਾ, ਸਮਾਜਵਾਦ ਦੇ ਵਿੱਚ ਕੀ ਹੁੰਦਾ ਕਿ ਸਮਾਜ ਦੇ ਵਿੱਚ ਹਰ ਵਰਗ ਨੂੰ ਬਰਾਬਰ ਦਾ ਦਰਜਾ ਮਿਲੇ, ਕੋਈ ਅਮੀਰ ਗਰੀਬ ਨਾ ਹੋਵੇ, ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ 'ਤੇ ਨਾ ਵੰਡਿਆ ਜਾਵੇ। ਉਤਪਾਦਨ ਅਤੇ ਵੰਡ ਦੇ ਸਾਧਨਾਂ ਦੇ ਉੱਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ। ਜਿਹੜੀ ਪੈਦਾਵਾਰ ਹੁੰਦੀ ਹੈ ਅਤੇ ਉਹਨੂੰ ਵੰਡਣਾ ਸਰਕਾਰ ਦਾ ਕੰਟਰੋਲ ਹੋਵੇ। ਆਮਦਨ ਹੈ ਜਿਹੜੀ ਇਕੱਲੇ ਕੁਲੀਨ ਵਰਗ ਤੱਕ ਸੀਮਿਤ ਨਾ ਰਹੇ, ਹਰ ਇੱਕ ਨੂੰ ਮਿਲਣੀ ਚਾਹੀਦੀ ਹੈ। ਉਤਪਾਦਨ ਦੇ ਜਿਹੜੇ ਸਾਧਨ ਨੇ ਉਹ 'ਤੇ ਸਰਕਾਰ ਦਾ ਕੰਟਰੋਲ ਹੋਵੇ। ਸਮਾਜ ਹੈ ਜਿਹੜਾ ਉਹ ਵਰਗ ਰਹਿਤ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਵੀ ਵਰਗ ਨਹੀਂ ਹੋਣਾ ਚਾਹੀਦਾ, ਛੋਟਾ ਵੱਡਾ ਨਹੀਂ ਹੋਣਾ ਚਾਹੀਦਾ। ਇਸੇ ਦੌਰਾਨ ਕੀ ਹੈ, ਜਿਹੜਾ ਜ਼ਾਰ ਸੀ ਉਹ ਤਾਨਾਸ਼ਾਹੀ ਢੰਗ ਦੇ ਨਾਲ ਸ਼ਾਸਨ ਚਲਾਉਂਦਾ ਰਿਹਾ। ਜਨਤਾ ਨੂੰ ਆਪਣੇ ਅਧਿਕਾਰਾਂ ਤੋਂ ਉਹਨੇ ਵਾਂਝਾ ਰੱਖਿਆ ਹੋਇਆ ਸੀ। ਜੇ ਕੋਈ ਜਨਤਾ ਉਹਦਾ ਵਿਰੋਧ ਕਰਨਾ ਸ਼ੁਰੂ ਕਰਦੀ ਤਾਂ ਉਹ ਕੀ ਕਰਦਾ ਸੀ, ਉਹਨੇ ਗੁਪਤ ਪੁਲਿਸ ਲਾਈ ਹੋਈ ਸੀ ਜਿਹੜੀ ਉਹ ਸੈਨਾ ਦੀ ਸਹਾਇਤਾ ਨਾਲ ਲੋਕਾਂ ਦੇ ਛੋਟੇ ਛੋਟੇ ਵਿਦਰੋਹ ਨੂੰ ਕੁਚਲ ਦਿੰਦਾ ਸੀ। ਇਸੇ ਚੀਜ਼ ਕਰਕੇ ਹੀ ਜਿਹੜੇ ਲੋਕ ਸੀਗੇ ਉਹਨਾਂ ਦੇ ਵਿੱਚ ਵਿਦਰੋਹ ਵਧਣਾ ਸ਼ੁਰੂ ਹੋ ਗਿਆ। ਜਿਵੇਂ ਵੱਡੇ ਵੱਡੇ ਉਦਯੋਗਪਤੀ ਸੀਗੇ, ਸ਼ਹਿਰੀ ਪੇਸ਼ੇਵਰ ਸੀ ਜਾਂ ਬੁੱਧੀਜੀਵੀ ਸੀ, ਮੱਧ ਵਰਗੀ ਲੋਕ ਸੀ, ਜਿਹੜੇ ਸਾਰਿਆਂ ਦੇ ਵਿੱਚ ਹੀ ਜ਼ਾਰ ਦੇ ਪ੍ਰਤੀ ਰੋਹ ਵਧਣ ਲੱਗ ਗਿਆ। ਤਾਂ ਹੌਲੀ ਹੌਲੀ ਕੀ ਹੋਇਆ, ਜਿਹੜੀ ਉਦਯੋਗਿਕ ਹਾਲਤ ਸੀ ਉਹ ਬਹੁਤ ਜ਼ਿਆਦਾ ਤਰਸਯੋਗ ਹੋਣ ਲੱਗ ਗਈ ਲੋਕਾਂ ਦੀ। ਮਜ਼ਦੂਰ ਅਤੇ ਮੱਧ ਵਰਗੀ ਲੋਕ ਇਕੱਠੇ ਹੋ ਗਏ, ਉਹਨਾਂ ਨੇ ਆਪਦੇ ਫਿਰ ਅੱਡ ਅੱਡ ਧੜੇ ਬਣਾ ਲਏ। ਬਾਅਦ ਦੇ ਵਿੱਚ ਇਹੀ ਧੜੇ ਸੀ ਜਿਹੜੇ ਇਹ ਪਾਰਟੀਆਂ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ। ਪਹਿਲਾਂ ਇੱਕ ਪਾਰਟੀ ਬਣੀ ਸੋਸ਼ਲ ਲੋਕਤੰਤਰੀ ਪਾਰਟੀ, ਉਹ ਤੋਂ ਅੱਗੇ ਫਿਰ ਇਸ ਪਾਰਟੀ ਦੇ ਵਿੱਚ ਮਜ਼ਦੂਰ ਵਰਗ ਸੀ, ਇਹ ਆਮ ਲੋਕਾਂ ਦੀ ਗੱਲ ਕਰਦੀ ਸੀ। ਉਸ ਤੋਂ ਅੱਗੇ ਦੋ ਧੜੇ ਬਣ ਗਏ, ਬੋਲਸ਼ਵਿਕ ਅਤੇ ਮੈਨਸ਼ਵਿਕ। ਮੇਨ ਜਿਹੜੇ ਧੜੇ ਸੀ ਕ੍ਰਾਂਤੀ ਨੂੰ ਸਫਲ ਬਣਾਉਣ ਦੇ ਵਿੱਚ, ਮਾਰਚ ਦੀ ਕ੍ਰਾਂਤੀ ਅਤੇ ਨਵੰਬਰ ਦੀ ਕ੍ਰਾਂਤੀ ਨੇ, ਉਹ ਸੀ ਬੋਲਸ਼ਵਿਕ ਧੜਾ, ਕਿਉਂਕਿ ਇਹ ਬਹੁਮਤ ਇਹਨਾਂ ਕੋਲੇ ਬਹੁ ਗਿਣਤੀ ਵਿੱਚ ਇਹਨਾਂ ਦੇ ਲੋਕ ਸੀ ਜਿਹੜੇ ਸਮਰਥਕ ਸੀਗੇ ਅਤੇ ਇਹ ਲੈਨਨ ਦੀ ਵਿਚਾਰਧਾਰਾ ਨੂੰ ਮੰਨਦੇ ਸਨ। ਜਿਹੜੇ ਮੈਨਸ਼ਵਿਕ ਸੀਗੇ ਇਹਨਾਂ ਦੀ ਗਿਣਤੀ ਬਹੁਤ ਘੱਟ ਸੀਗੀ।
ਉਸ ਤੋਂ ਅੱਗੇ ਆਉਂਦੀ ਆ 1905 ਦੀ ਕ੍ਰਾਂਤੀ। 1905 ਦੇ ਵਿੱਚ ਜਿਹੜੀ ਕ੍ਰਾਂਤੀ ਹੋਈ ਸਭ ਤੋਂ ਪਹਿਲਾਂ, ਉਹਦਾ ਮੇਨ ਕਾਰਨ ਕੀ ਸੀ? ਉਹਦਾ ਮੇਨ ਕਾਰਨ ਸੀਗਾ 1904-05 ਦੇ ਵਿੱਚ ਚੀਨ ਜਪਾਨ ਯੁੱਧ। ਚੀਨ, ਇਹ ਤੁਸੀਂ ਮੈਪ ਦੇ ਵਿੱਚ ਦੇਖ ਰਹੇ ਹੋ, ਇਹ ਰੂਸ ਹੈ, ਠੀਕ ਹੈ, ਇਹ ਚੀਨ ਹੈ। ਚੀਨ ਦੇ ਇੱਥੇ ਇੱਕ ਮਨਚੂਰੀਆ ਨਾਮ ਦੀ ਜਗ੍ਹਾ ਸੀ, ਇਹ ਜਪਾਨ ਹੈ, ਛੋਟਾ ਜਿਹਾ ਦੀਪ। ਚੀਨ ਜਪਾਨ ਯੁੱਧ ਆਹ ਜਗ੍ਹਾ ਸੀ ਜਿਹੜੀ, ਇਸ ਜਗ੍ਹਾ ਦੇ ਮਨਚੂਰੀਆ ਨਾਮ ਦੇ ਸਥਾਨ 'ਤੇ ਰੂਸ ਦਾ ਕਬਜ਼ਾ ਸੀਗਾ। ਤਾਂ ਜਪਾਨ ਨੇ ਕੀ ਕੀਤਾ? ਜਪਾਨ ਬਹੁਤ ਛੋਟਾ ਦੇਸ਼ ਸੀ। ਜਪਾਨ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਰੂਸ ਕੁੱਦ ਗਿਆ ਸੀ ਤਾਂ ਜਪਾਨ ਨੇ ਕੀ ਕੀਤਾ? ਚੀਨ ਦੇ ਇਸ ਮਨਚੂਰੀਆ ਪ੍ਰਦੇਸ਼ 'ਤੇ ਕਬਜ਼ਾ ਕਰ ਲਿਆ ਸੀ। ਆਹ ਵਾਲੇ ਪ੍ਰਦੇਸ਼ 'ਤੇ ਜਪਾਨ ਨੇ ਕਬਜ਼ਾ ਕਰ ਲਿਆ ਸੀ। ਸਮਝ ਲੱਗ ਗਈ ਹੋਣੀ ਤੁਹਾਨੂੰ। ਰੂਸ, ਆਹ ਵਾਲਾ ਚੀਨ ਦਾ ਖੇਤਰ ਸੀ ਜਿਹੜਾ, ਇਹ ਮਨਚੂਰੀਆ ਖੇਤਰ ਰੂਸ ਦੇ ਅੰਡਰ ਸੀ, ਪਰ ਜਪਾਨ ਨੇ ਕੀ ਕੀਤਾ? ਇਹਦੇ ਉੱਪਰ ਕਬਜ਼ਾ ਕਰ ਲਿਆ ਸੀ। ਅਤੇ ਰੂਸ ਜਪਾਨ ਯੁੱਧ ਹੋਇਆ ਜਦੋਂ, ਤਾਂ ਜਪਾਨ ਦੇ ਹੱਥੋਂ ਜਿਹੜਾ ਰੂਸ ਸੀ ਉਹ ਬੁਰੀ ਤਰ੍ਹਾਂ ਹਾਰ ਗਿਆ। ਭਾਵੇਂ ਕਿ ਜਪਾਨ ਹੈ ਜਿਹੜਾ ਬਹੁਤ ਛੋਟਾ ਜਿਹਾ ਦੀਪ ਸੀ, ਇਹਦੇ ਕਰਕੇ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਜ਼ਾਰ ਦੀ ਹਾਰ ਦਾ, ਅਤੇ ਉਹਨਾਂ ਨੂੰ ਜ਼ਾਰ ਸੀ ਜਿਹੜਾ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਬਦਨਾਮ ਹੋ ਗਿਆ, ਅਤੇ ਰੂਸ ਦੀ ਮਹਾਨਤਾ ਨੂੰ ਵੀ ਇਹਦੇ ਕਰਕੇ ਬਹੁਤ ਜ਼ਿਆਦਾ ਸੱਟ ਲੱਗੀ। ਜਿਹੜੇ ਸਿਪਾਹੀ ਸੀਗੇ ਉਹ ਇਸ ਚੀਜ਼ ਤੋਂ ਅਸੰਤੁਸ਼ਟ ਹੋ ਗਏ, ਉਹਨਾਂ ਨੇ ਵਿਰੋਧ ਕਰਤਾ। ਪਰ ਕੀ ਕੀਤਾ? ਜਿਹੜੇ ਛੋਟੇ ਛੋਟੇ ਵਿਦਰੋਹ ਸੀ ਮੱਧ ਵਰਗੀ ਲੋਕਾਂ ਦੇ ਅਤੇ ਅਮੀਰਾਂ ਜ਼ਿਮੀਂਦਾਰਾਂ ਦੇ, ਜ਼ਾਰ ਨੇ ਕੀ ਕੀਤਾ? ਸਿਪਾਹੀਆਂ ਦੀ ਸਹਾਇਤਾ ਨਾਲ, ਸੈਨਿਕਾਂ ਦੀ ਸਹਾਇਤਾ ਨਾਲ ਇਹ ਸਾਰੇ ਜਿਹੜੇ ਵਿਦਰੋਹ ਸੀਗੇ ਉਹ ਕੁਚਲਤੇ। ਅਤੇ ਉਦੋਂ ਬਾਅਦ ਅਕਤੂਬਰ ਦੇ ਵਿੱਚ ਇੱਕ ਐਲਾਨ ਕਰਤਾ। ਜਦੋਂ ਉਹਨੂੰ ਪਤਾ ਲੱਗ ਗਿਆ ਕਿ ਲੋਕ ਹੁਣ ਜਾਗਰੂਕ ਹੋਣੇ ਸ਼ੁਰੂ ਕਰਤੇ, ਤਾਂ ਉਸਨੇ ਕੀ ਐਲਾਨ ਕੀਤਾ ਕਿ ਡੂਮਾ ਦੀ ਚੋਣ ਕੀਤੀ ਜਾਵੇਗੀ। ਡੂਮਾ ਕੀ ਸੀ? ਰੂਸੀ ਭਾਸ਼ਾ ਦਾ ਸ਼ਬਦ ਹੈ ਇੱਕ ਜਿਹਦਾ ਅਰਥ ਹੈ ਸੋਚਣਾ। ਡੂਮਾ ਦੇ ਵਿੱਚ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਜੋ ਕਿ ਪੂਰੇ ਦੇਸ਼ ਦਾ ਸ਼ਾਸਨ ਚਲਾਉਂਦੇ ਨੇ। ਡੂਮਾ ਕੀ ਸੀ? ਅਸਲ ਦੇ ਵਿੱਚ ਰੂਸ ਦੀ ਸੰਸਦ ਸੀ। ਉਹਨੇ ਕਿਹਾ ਕਿ ਡੂਮਾ ਦੀ ਚੋਣ ਕੀਤੀ ਜਾਊਗੀ, ਪ੍ਰੈਸ ਮੀਡੀਆ ਨੂੰ ਇਜਾਜ਼ਤ ਦਿੱਤੀ ਜਾਊਗੀ, ਸੰਗਠਨ ਬਣਾਉਣ ਦੀ ਆਜ਼ਾਦੀ ਹੋਊਗੀ ਉਹਨਾਂ ਨੂੰ, ਮਜ਼ਦੂਰਾਂ ਨੂੰ ਵਧੀਆ ਕੰਮ ਮਿਲੂਗਾ, ਉਹਨਾਂ ਦੀਆਂ ਤਨਖਾਹਾਂ ਵੀ ਵਧੀਆ ਹੋਣਗੀਆਂ, ਅਤੇ ਦਾਸਾਂ ਨੂੰ ਜਿਹੜਾ ਮੁਕਤੀ ਕਰ ਦਿੱਤਾ ਜਾਊਗਾ, ਅਤੇ ਜ਼ਮੀਨ ਦੀ ਮਲਕੀਅਤ ਵੀ ਉਹਨਾਂ ਨੂੰ ਦੇ ਦਿੱਤੀ ਜਾਊਗੀ। ਪਰ ਅਸਲ ਦੇ ਵਿੱਚ ਕੀ ਹੋਇਆ? ਇਹ ਜਿਹੜੇ ਸੁਧਾਰ ਸੀਗੇ ਜਿਹੜੇ ਜ਼ਾਰ ਨਿਕੋਲਸ ਨੇ ਕੀਤੇ ਸੀ, ਕਾਗਜ਼ਾਂ ਤੱਕ ਹੀ ਸੀਮਿਤ ਸੀਗੇ। ਜਾ ਕੇ ਜ਼ਾਰ ਨੇ ਕੀ ਕੀਤਾ? ਆਪਣੇ ਜਿਹੜੇ ਵੀ ਵਾਅਦੇ ਕੀਤੇ ਸੀ ਉਹ ਸਾਰੇ ਵਾਅਦਿਆਂ ਦੇ ਉੱਤੋਂ ਮੁੱਕਰ ਗਿਆ, ਅਤੇ ਚੋਣ ਨਿਯਮ ਸੀ ਜਿਹੜੇ ਉਹਨੇ ਤੋੜ ਮਰੋੜ ਕੇ ਆਪਦੇ ਵੱਲੋਂ ਹੀ ਪੇਸ਼ ਕਰਤੇ। ਅਤੇ ਡੂਮਾ ਦੇ ਵਿੱਚ ਕੀ ਕੀਤਾ? ਉਹਨੇ ਆਪਦੇ ਜਿਹੜੇ ਵਫਾਦਾਰ ਲੋਕ ਸੀਗੇ ਉਹੀ ਭਰਤੀ ਕਰ ਲਏ। ਜਿਹੜੀ ਗੁਪਤ ਪੁਲਿਸ ਹੁੰਦੀ ਸੀ ਉਹ ਵਿਦਿਆਰਥੀਆਂ, ਯਹੂਦੀਆਂ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਲਗਾਤਾਰ ਤੰਗ ਕਰਨ ਲੱਗ ਪਈ। ਕਿਸੇ ਨੂੰ ਵੀ ਬੋਲਣ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ ਸੀ। ਅਤੇ 1912 ਦੇ ਵਿੱਚ ਕੀ ਹੋਇਆ? ਲੈਨਾ ਗੋਲਡ ਨਾਮ ਦੀ ਇੱਕ ਸੋਨੇ ਦੀ ਖਾਣ ਸੀ, ਉਹਦੇ ਵਿੱਚ ਲੋਕ ਹੜਤਾਲ ਕਰ ਰਹੇ ਸੀਗੇ। 270 ਲੋਕ ਸੀ ਉਹ, ਉਹਨਾਂ 270 ਲੋਕਾਂ ਨੂੰ ਮਾਰ ਦਿੱਤਾ ਗਿਆ। ਜਦੋਂ ਉਹਨਾਂ 270 ਲੋਕਾਂ ਨੂੰ ਸੈਨਾ ਦੁਆਰਾ ਮਾਰ ਦਿੱਤਾ ਗਿਆ ਤਾਂ ਜਿਹੜੀਆਂ ਪਾਰਟੀਆਂ ਸੀਗੀਆਂ ਉਹ ਦੁਬਾਰਾ ਤੋਂ ਕਿਰਿਆਸ਼ੀਲ ਹੋ ਗਈਆਂ। ਉਹ ਪਾਰਟੀਆਂ ਸੀ ਜਿਹੜੀਆਂ ਉਹਨਾਂ ਨੇ ਦੁਬਾਰਾ ਤੋਂ ਫਿਰ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਅਤੇ ਕ੍ਰਾਂਤੀ ਦਾ ਹੋਰ ਕਾਰਨ ਕੀ ਸੀ? ਪਾਰਟੀਆਂ ਦੁਬਾਰਾ ਆਈਆਂ ਜਦੋਂ ਉਹਨਾਂ ਨੇ ਕ੍ਰਾਂਤੀ ਕਰਨੀ। ਅਤੇ ਦੂਜਾ ਕਾਰਨ ਸੀਗਾ ਪਹਿਲਾ ਵਿਸ਼ਵ ਯੁੱਧ ਹੋਇਆ ਜਿਹੜਾ 1914-18 ਦੇ ਵਿੱਚ। ਉਹਦੇ ਵਿੱਚ ਕੀ ਸੀ? ਜਰਮਨੀ ਸੀ ਜਿਹੜਾ ਦੇਸ਼, ਜਦੋਂ ਯੂਰਪ ਦੇ ਵਿੱਚ ਕਾਰਖਾਨੇ ਵਗੈਰਾ ਲੱਗ ਗਏ ਸੀ, ਵਿਕਾਸ ਹੋ ਗਿਆ ਸੀ, ਉਦੋਂ ਜਿਹੜਾ ਰੂਸ ਸੀਗਾ ਉਹ ਯੁੱਧਾਂ ਦੇ ਵਿੱਚ ਉਲਝਿਆ ਹੋਇਆ ਸੀ। ਧਨ ਦੀ ਬਰਬਾਦੀ ਹੋ ਰਹੀ ਸੀ, ਹਥਿਆਰਾਂ ਦੀ ਬਰਬਾਦੀ ਹੋ ਰਹੀ ਸੀ, ਜਾਨ ਮਾਲ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸੀ। ਇਹਦੇ ਨਾਲ ਯੂਰਪ ਦੇ ਵਿੱਚ ਜਿਹੜਾ ਉਦਯੋਗੀਕਰਨ ਸੀਗਾ, ਫੈਕਟਰੀਆਂ ਬਹੁਤ ਦੇਰ ਨਾਲ ਲੱਗੀਆਂ, ਇਹ ਖੇਤੀ 'ਤੇ ਹੀ ਨਿਰਭਰ ਰਿਹਾ। ਉੱਧਰੋਂ ਜਿਹੜਾ ਯੁੱਧ ਸੀ, ਪਹਿਲਾ ਵਿਸ਼ਵ ਯੁੱਧ ਹੋ ਗਿਆ, ਅਤੇ ਰੂਸ ਜਪਾਨ ਯੁੱਧ ਸੀ ਜਿਹੜਾ, ਉਹਨੇ ਜਿਹੜਾ ਯੂਰਪ ਸੀ ਉਹਦਾ ਬੁਰੀ ਤਰ੍ਹਾਂ ਨਾਲ ਦਿਵਾਲਾ ਕੱਢਤਾ ਸੀ। ਲੋਕਾਂ ਦਾ ਬੁਰਾ ਹਾਲ ਹੋ ਗਿਆ ਸੀ, ਲੋਕ ਰੋਟੀ ਤੋਂ ਵੀ ਤਰਸ ਗਏ ਸੀ। ਅਤੇ ਉਸ ਤੋਂ ਬਾਅਦ ਰੂਸ ਨੇ ਕੀ ਕੀਤਾ? ਸਾਮਰਾਜਵਾਦ ਦੇ ਚੱਕਰ ਦੇ ਵਿੱਚ ਪੈ ਗਿਆ। ਸਾਮਰਾਜ ਮਤਲਬ ਕਿ ਪੂਰੇ ਦੇ ਪੂਰੇ ਦੇਸ਼ ਦੇ ਉੱਪਰ, ਪੂਰੇ ਦੇ ਪੂਰੇ ਦੁਨੀਆ ਦੇ ਉੱਪਰ ਕਬਜ਼ਾ ਕਰਨਾ। ਸਾਮਰਾਜ ਦੇ ਵਿੱਚ ਚੱਕਰ ਦੇ ਵਿੱਚ ਉਹਨੇ ਕੀ ਕੀਤਾ? ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕੁੱਦ ਗਿਆ। ਅਤੇ ਉੱਧਰੋਂ ਜਰਮਨੀ ਸੀ ਵਿਸ਼ਵ ਯੁੱਧ ਦੇ ਵਿੱਚ, ਉਹਨੇ ਕੀ ਕੀਤਾ? ਰੂਸ ਦਾ ਜਿਹੜਾ ਪੱਛਮੀ ਭਾਗ ਸੀਗਾ, ਇੱਧਰਲਾ ਭਾਗ, ਇਹਦੇ ਉੱਪਰ ਕਬਜ਼ਾ ਕਰ ਲਿਆ। ਜਿਹੜੀ ਖੇਤੀ ਸੀ ਜ਼ਿਆਦਾਤਰ ਇੱਧਰਲੇ ਭਾਗ ਦੇ ਵਿੱਚ ਹੀ ਹੁੰਦੀ ਸੀਗੀ। ਇੱਥੇ ਜਿਹੜੇ ਉਪਜਾਊ ਜ਼ਮੀਨ ਜ਼ਿਆਦਾ ਸੀ ਪੱਛਮੀ ਭਾਗ ਦੇ ਵਿੱਚ, ਜਿਹਦੇ ਉੱਪਰ ਜਰਮਨੀ ਨੇ ਕਬਜ਼ਾ ਕੀਤਾ ਸੀ।
ਇੱਧਰਲਾ ਭਾਗ ਸੀ ਜਿਹੜਾ ਇਹ ਜ਼ਿਆਦਾ ਰੂਸ ਦਾ ਉਪਜਾਊ ਨਹੀਂ ਸੀ। ਜਿਹੜੇ ਇੱਥੋਂ ਦੇ ਲੋਕ ਸੀ, ਇੱਥੋਂ ਦੇ ਰਹਿਣ ਵਾਲੇ ਲੋਕ ਸੀ, ਉਹਨਾਂ ਨੂੰ ਵੀ ਜਰਮਨੀ ਨੇ ਜ਼ਬਰਦਸਤੀ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਧੱਕ ਦਿੱਤਾ ਸੀ। ਲੋਕਾਂ ਨੂੰ ਯੁੱਧ ਦੀ ਰਣਨੀਤੀ ਵੀ ਨਹੀਂ ਸੀ ਪਤਾ। ਬੇਗੁਨਾਹ ਜਨਤਾ ਸੀ, ਉਹਨਾਂ ਨੂੰ ਕਿਹੜਾ ਹਥਿਆਰ ਚਲਾਉਣੇ ਆਉਂਦੇ ਸੀ। ਹਰ ਜਗ੍ਹਾ 'ਤੇ ਜਿਹੜੀ ਬੇਗੁਨਾਹ ਜਨਤਾ ਸੀ ਉਹ ਮਾਰੀ ਜਾਣ ਲੱਗ ਪਈ। ਅਤੇ ਦੂਜੇ ਹਿੱਸੇ ਵਾਲੇ ਲੋਕ ਸੀ ਜਿਹੜੇ ਇੱਧਰਲੇ ਹਿੱਸੇ ਵਾਲੇ, ਉਹਨਾਂ ਦਾ ਖੂਨ ਖੌਲਣ ਲੱਗ ਪਿਆ ਆਪਣੇ ਦੇਸ਼ ਦੇ ਲੋਕਾਂ ਨੂੰ ਮਰਦੇ ਦੇਖ ਕੇ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਕ੍ਰਾਂਤੀ ਦਾ ਬਿਗਲ ਵਜਾਤਾ, ਇਕਜੁੱਟ ਹੋਣ ਲੱਗ ਪਏ ਅਤੇ ਕ੍ਰਾਂਤੀ ਕਰਨੀ ਸ਼ੁਰੂ ਕਰਤੀ। ਉਸ ਤੋਂ ਬਾਅਦ 2 ਕ੍ਰਾਂਤੀਆਂ ਹੋਈਆਂ, ਮਾਰਚ ਦੀ ਕ੍ਰਾਂਤੀ ਅਤੇ ਨਵੰਬਰ ਦੀ ਕ੍ਰਾਂਤੀ। ਪਹਿਲੀ ਆ ਮਾਰਚ ਦੀ ਕ੍ਰਾਂਤੀ। ਇਸ ਕ੍ਰਾਂਤੀ ਦੇ ਵਿੱਚ ਕੀ ਹੋਇਆ, 8 ਮਾਰਚ ਨੂੰ ਪੈਟਰੋਗਰਾਡ ਨਾਮਕ ਸ਼ਹਿਰ ਆ, ਉੱਥੇ ਡਬਲ ਰੋਟੀ ਪਿੱਛੇ ਦੰਗੇ ਹੋ ਗਏ। 10 ਮਾਰਚ ਨੂੰ ਕੀ ਕੀਤਾ, ਮਜ਼ਦੂਰਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਹੜਤਾਲ ਫੈਲ ਗਈ। ਹੜਤਾਲ ਕਰਤੀ ਮਜ਼ਦੂਰਾਂ ਨੇ। ਸਰਕਾਰ ਨੇ ਕੀ ਕੀਤਾ, ਸੈਨਿਕਾਂ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ, ਪਰ ਜਿਹੜੇ ਸੈਨਿਕ ਟੁਕੜੀ ਸੀਗੀ ਉਹਨਾਂ ਨੇ ਵੀ ਬਗਾਵਤ ਕਰਤੀ। ਉਹ ਲੋਕਾਂ ਦੀ ਭੀੜ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਕੀ ਕੀਤਾ, ਸਰਕਾਰੀ ਇਮਾਰਤਾਂ ਘੇਰ ਲਈਆਂ, ਥਾਣਿਆਂ 'ਤੇ ਕਬਜ਼ਾ ਕਰ ਲਿਆ, ਹਥਿਆਰ ਵਗੈਰਾ ਲੁੱਟ ਲਏ, ਅਤੇ ਜਿੰਨੇ ਵੀ ਕੈਦੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕਰਤਾ। ਉਸ ਤੋਂ ਬਾਅਦ ਜਿਹੜੀ ਸੰਸਦ ਬਣੀ ਹੋਈ ਸੀ, ਡੂਮਾ ਜਾਰ ਨੇ ਸੰਸਦ ਬਣਾਈ ਸੀ, ਉਹਨੇ ਕੀ ਕਿਹਾ ਕਿ ਤੁਸੀਂ ਸੰਵਿਧਾਨਕ ਰਾਜਤੰਤਰ ਦੀ ਘੋਸ਼ਣਾ ਕਰ ਦਿਓ ਕਿ ਸੰਵਿਧਾਨ ਦੇ ਅਕੋਰਡਿੰਗ ਰਾਜ ਚੱਲੂਗਾ। ਪਰ ਜਾਰ ਸੀ ਜਿਹੜਾ, ਉਹਨੇ ਇਹ ਫੈਸਲਾ ਲਾਗੂ ਕਰਨ ਤੋਂ ਇਨਕਾਰ ਕਰਤਾ। ਅੱਕ ਕੇ ਜਿਹੜੀ ਡੂਮਾ ਸੀ ਉਹਨੇ ਕੀ ਕੀਤਾ, ਨਿਕੋਲਸ ਨੂੰ ਗੱਦੀ ਤੋਂ ਹਟਾਉਣ ਦਾ ਫੈਸਲਾ ਕਰ ਲਿਆ। 3 ਦਿਨਾਂ ਬਾਅਦ ਜਾਰ ਨਿਕੋਲਸ ਨੂੰ ਗੱਦੀ ਤੋਂ ਹਟਾਤਾ ਗਿਆ, ਅਤੇ ਜਿਹੜਾ 4 ਸਦੀਆਂ ਤੋਂ ਜਾਰ ਨਿਕੋਲਸ ਹੋਰਾਂ ਦਾ ਸ਼ਾਸਨ ਚੱਲਦਾ ਆ ਰਿਹਾ ਸੀ ਉਹ ਬਿਲਕੁਲ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਕੀ ਹੋਇਆ, ਜਾਰਜ ਲਵੋਵ ਨੂੰ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਤਾ ਕੁਝ ਸਮੇਂ ਬਾਅਦ। ਉਹ ਤੋਂ ਬਾਅਦ ਜੁਲਾਈ ਦੇ ਵਿੱਚ ਉਹਦੀ ਥਾਂ 'ਤੇ ਅਲੈਗਜ਼ੈਂਡਰ ਕਰੈਂਸਕੀ ਨੂੰ ਸੱਤਾ ਦੀ ਵਾਗਡੋਰ ਸੰਭਾਲ ਦਿੱਤੀ ਗਈ। ਕਰੈਂਸਕੀ ਦੀ ਸਰਕਾਰ ਸੀ ਜਿਹੜੀ, ਜਿੰਨੀਆਂ ਵੀ ਦੇਸ਼ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਸੀਗੀਆਂ ਉਹਨਾਂ ਨਾਲ ਨਜਿੱਠ ਨਹੀਂ ਸਕੀ। ਇਸ ਕਰਕੇ 1917 ਦੇ ਵਿੱਚ ਇਹ ਸਰਕਾਰ ਸੀ ਜਿਹੜੀ, ਇਹ ਵੀ ਫੇਲ ਹੋ ਗਈ। ਇਹਦੇ ਫੇਲ ਹੋਣ ਦੇ ਕੀ ਕਾਰਨ ਸੀਗੇ, ਇਹ ਯੁੱਧ ਤੋਂ ਆਪਣੇ ਆਪ ਨੂੰ ਇਹਨਾਂ ਨੇ ਵੱਖ ਨਹੀਂ ਕੀਤਾ, ਜਿਹਦੇ ਕਰਕੇ ਹਜ਼ਾਰਾਂ ਸੈਨਿਕ ਸੀ ਜਿਹੜੇ ਉਹਨਾਂ ਦੇ ਹੌਸਲੇ ਟੁੱਟ ਗਏ ਅਤੇ ਉਹ ਭਗੌੜੇ ਹੋ ਗਏ ਸੀ ਮੈਦਾਨ ਛੱਡ ਕੇ। ਇੱਕ ਇਹਨਾਂ ਨੇ ਕੀ ਕੀਤਾ ਸੀ, ਜਿਹੜੀ ਸੋਵੀਅਤ ਦੀ ਮੰਗ ਨਹੀਂ ਮੰਨੀ ਸੀ। ਜਿਹੜੇ ਸੈਨਿਕ ਸੀਗੇ, ਸਿਪਾਹੀ ਸੀਗੇ, ਉਹਨਾਂ ਨੇ ਆਪਣਾ ਝੰਡਾ ਚੁੱਕ ਕੇ ਪੈਟਰੋਗਰਾਡ ਸੋਵੀਅਤ ਦੇ ਹੁਕਮ ਮੰਨਣੇ ਸ਼ੁਰੂ ਕਰਤੇ ਸੀ। ਬਾਕੀ ਇਹਨਾਂ ਨੇ ਹੋਣ ਵਾਲੀਆਂ ਚੋਣਾਂ ਟਾਲ ਦਿੱਤੀਆਂ ਸੀ। ਇਸ ਕਰਕੇ ਜਿਹੜੀ ਸਰਕਾਰ ਸੀ ਉਹ ਪੂਰੀ ਤਰ੍ਹਾਂ ਨਾਲ ਬਦਨਾਮ ਹੋ ਗਈ ਸੀ। ਸੋਵੀਅਤ ਅਸਲ ਦੇ ਵਿੱਚ ਹੁੰਦੀ ਕੀ ਹੈ, ਸੋਵੀਅਤ ਹੁੰਦੀ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਗਠਨ ਬਣੇ ਹੋਏ ਸੀ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਰਿਸ਼ਦ, ਜਾਂ ਸਥਾਨਕ ਪੱਧਰ 'ਤੇ ਸ਼ਾਸਨ ਚਲਾਉਣ ਵਾਲੀ ਇਕਾਈ, ਜਿਹੜੀ ਆਮ ਤੌਰ 'ਤੇ ਮਜ਼ਦੂਰ ਵਰਗ ਵੱਲੋਂ ਚੁਣੀ ਜਾਂਦੀ ਸੀ, ਉਸ ਨੂੰ ਸੋਵੀਅਤ ਕਿਹਾ ਜਾਂਦਾ ਸੀ। ਲੋਕਾਂ ਨੇ ਜਿਹੜੇ ਸੁਪਨੇ ਵੇਖੇ ਹੋਏ ਸੀਗੇ, ਛੋਟੇ ਛੋਟੇ ਖੇਤ ਵੰਡ ਕੇ ਕਿਸਾਨਾਂ ਨੂੰ ਜ਼ਮੀਨ ਦੇਣ ਦੀ ਉਮੀਦ ਸੀ ਜਿਹੜੀ, ਉਹ ਵੀ ਪੂਰੀ ਨਹੀਂ ਹੋ ਸਕੀ। ਇਸ ਕਰਕੇ ਜਿਹੜੇ ਕਿਸਾਨ ਸੀ ਉਹਨਾਂ ਨੇ ਕੀ ਕੀਤਾ, ਉਹ ਬੋਲਸ਼ਵਿਕ ਪਾਰਟੀ ਦੇ ਨਾਲ ਰਲ ਗਏ ਸੀ, ਅਤੇ ਉਹਨਾਂ ਨੇ ਬੋਲਸ਼ਵਿਕ ਪਾਰਟੀ ਨੂੰ ਸਮਰਥਨ ਦੇਣਾ ਸ਼ੁਰੂ ਕਰਤਾ ਸੀ। ਬੋਲਸ਼ਵਿਕ ਪਾਰਟੀ ਦੇ ਨੇਤਾ ਸੀ ਜਿਹੜੇ, ਉਹ ਸੀਗੇ ਲੈਨਿਨ। ਉਹਨਾਂ ਦੇ ਉੱਪਰ ਕਾਰਲ ਮਾਰਕਸ ਦੇ ਵਿਚਾਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਉਹਨਾਂ ਨੇ ਪਾਰਟੀ ਨੂੰ ਇਕੱਠਾ ਕਰਕੇ ਅਤੇ ਸਮਾਜਵਾਦੀ ਅੰਦੋਲਨ ਨੂੰ ਬਹੁਤ ਜ਼ਿਆਦਾ ਸਫਲ ਬਣਾਇਆ। ਅਤੇ ਮੈਨਸ਼ਵਿਕ ਪਾਰਟੀ ਦੇ ਨੇਤਾ ਸੀਗੇ ਜਿਹੜੇ, ਉਹ ਸੀਗੇ ਟਰਾਟਸਕੀ। ਲੈਨਿਨ ਕੀ ਸੀਗਾ, ਜਦੋਂ ਲੈਨਿਨ ਨੂੰ ਦੇਸ਼ ਨਿਕਾਲਾ ਦੇਤਾ ਸੀ ਸਰਕਾਰ ਨੇ ਕਿ ਉਹ ਲੋਕਾਂ ਨੂੰ ਭੜਕਾ ਰਿਹਾ ਹੈ, ਸਾਈਬੇਰੀਆ ਭੇਜਤਾ ਸੀ। ਜਦੋਂ ਲੈਨਿਨ ਸਾਈਬੇਰੀਆ ਤੋਂ ਵਾਪਸ ਆ ਗਿਆ ਰੂਸ ਦੇ ਵਿੱਚ, ਤਾਂ ਉਹਨੇ ਅਪ੍ਰੈਲ ਦੇ ਵਿੱਚ ਇੱਕ ਮਤਾ ਪਾਤਾ। ਉਹਦੇ ਵਿੱਚ ਉਹਨੇ 3 ਗੱਲਾਂ ਰੱਖੀਆਂ ਸਨ ਕਿ ਆਰਜੀ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰ ਦਿਓ, ਸੋਵੀਅਤਾਂ ਨੂੰ ਸੱਤਾ ਦਿਓ ਜਿਹੜੀਆਂ ਸੰਗਠਨ ਬਣੇ ਹੋਏ ਸਨ ਕਿਸਾਨਾਂ ਮਜ਼ਦੂਰਾਂ ਦੇ, ਅਤੇ ਯੁੱਧ ਤੋਂ ਰੂਸ ਨੂੰ ਅਲੱਗ ਕਰ ਦਿਓ। 3 ਨੁਕਤੇ ਸੀ ਜਿਹੜੇ ਲਗਾਤਾਰ ਉਹ ਲੋਕਾਂ ਦੇ ਵਿੱਚ ਗੂੰਜਣ ਲੱਗ ਪਏ ਸੀਗੇ। ਅਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀ ਕਿ ਸ਼ਾਂਤੀ ਹੋਣੀ ਚਾਹੀਦੀ ਹੈ, ਮਜ਼ਦੂਰਾਂ ਨੂੰ ਰੋਟੀ ਮਿਲਣੀ ਚਾਹੀਦੀ ਹੈ, ਅਤੇ ਕਿਸਾਨਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਹੈ। ਇਸੇ ਚੀਜ਼ ਕਰਕੇ ਹੀ ਜਿਹੜੇ ਲੋਕ ਸੀਗੇ ਉਹ ਬੋਲਸ਼ਵਿਕ ਪਾਰਟੀ ਦੇ ਵੱਲ ਖਿੱਚੇ ਜਾਣ ਲੱਗੇ ਸੀ। ਅਤੇ ਉਸ ਤੋਂ ਬਾਅਦ ਕੀ ਹੋਇਆ, ਬੋਲਸ਼ਵਿਕ ਪਾਰਟੀ ਸੀ ਜਿਹੜੀ ਬਹੁਮਤ ਨਾਲ ਆਉਣ ਵਾਲੀਆਂ ਚੋਣਾਂ ਸੀ ਜਿਹੜੀਆਂ, ਉਹ ਜਿੱਤ ਗਈ ਸੀ। ਅਤੇ ਟਰਾਟਸਕੀ ਸੀ ਜਿਹੜਾ, ਉਹਨੂੰ ਪੈਟਰੋਗਰਾਡ ਸੋਵੀਅਤ ਦਾ ਚੇਅਰਮੈਨ ਬਣਾ ਦਿੱਤਾ ਗਿਆ ਸੀ। ਇਹਨੂੰ ਟਰਾਟਸਕੀ ਵੀ ਕਿਹਾ ਜਾਂਦਾ, ਇਹਨੂੰ ਟਰਾਸਕੀ ਵੀ ਬੋਲਿਆ ਜਾਂਦਾ, ਇਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਤਾਸਕੀ ਵੀ ਬੋਲਿਆ ਜਾਂਦਾ। ਉਸ ਤੋਂ ਬਾਅਦ ਅੱਗੇ ਹੁੰਦੀ ਆ ਨਵੰਬਰ ਦੀ ਕ੍ਰਾਂਤੀ, ਨਵੰਬਰ ਦੀ ਕ੍ਰਾਂਤੀ ਜਿਹਨੂੰ ਆਪਾਂ ਕਹਿੰਦੇ ਹਾਂ। ਇਸ ਕ੍ਰਾਂਤੀ ਨੂੰ ਆਪਾਂ
ਅਕਤੂਬਰ ਦੀ ਬਗਾਵਤ ਵੀ ਕਹਿ ਸਕਦੇ ਹਾਂ, ਨਵੰਬਰ ਦੀ ਕ੍ਰਾਂਤੀ ਵੀ ਕਹਿ ਸਕਦੇ ਹਾਂ, ਜਾਂ ਬੋਲਸ਼ਵਿਕ ਕ੍ਰਾਂਤੀ ਵੀ ਕਹਿ ਸਕਦੇ ਹਾਂ। ਇਹਦਾ ਇੱਕ ਕਾਰਨ ਸੀਗਾ, ਪਹਿਲਾਂ ਰੂਸ ਦੇ ਵਿੱਚ ਜੂਲੀਅਨ ਕੈਲੰਡਰ ਚੱਲਦਾ ਸੀਗਾ, ਬਾਅਦ ਦੇ ਵਿੱਚ ਇਹਨਾਂ ਨੇ ਗਰੀਗੋਰੀਆਈ ਕੈਲੰਡਰ ਅਪਣਾ ਲਿਆ। ਇਸੇ ਕਰਕੇ ਕੀ ਸੀ, ਇਹਨਾਂ ਦੇ ਵਿੱਚ 13 ਦਿਨਾਂ ਦਾ ਫਰਕ ਸੀ। ਉਸੇ ਵਜ੍ਹਾ ਨਾਲ ਹੀ ਇਹਨੂੰ ਅਕਤੂਬਰ ਦੀ ਬਗਾਵਤ ਜਾਂ ਨਵੰਬਰ ਦੀ ਕ੍ਰਾਂਤੀ ਕਹਿ ਦਿੱਤਾ ਜਾਂਦਾ। ਉਸ ਤੋਂ ਬਾਅਦ ਕੀ ਹੋਇਆ, ਜਿਹੜੀ ਆਰਜੀ ਸਰਕਾਰ ਬਣੀ ਹੋਈ ਸੀ ਅਤੇ ਜਿਹੜੇ ਬੋਲਸ਼ਵਿਕ ਸੀਗੇ, ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਵੱਧ ਗਿਆ। ਲੈਨਿਨ ਨੂੰ ਲੱਗਣ ਲੱਗ ਪਿਆ ਸੀ ਕਿ ਜਿਹੜੀ ਆਰਜੀ ਸਰਕਾਰ ਆ ਉਹ ਦੁਬਾਰਾ ਤੋਂ ਤਾਨਾਸ਼ਾਹੀ ਨਾ ਹੋ ਜਾਵੇ। ਉਹਨੇ ਕੀ ਕੀਤਾ, ਸਤੰਬਰ ਦੇ ਵਿੱਚ ਸਰਕਾਰ ਦੇ ਖਿਲਾਫ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਕਿਸ ਤਰ੍ਹਾਂ ਕ੍ਰਾਂਤੀ ਲਿਆ ਕੇ ਸੱਤਾ ਦੇ ਉੱਪਰ ਸੋਵੀਅਤ ਦਾ ਕਬਜ਼ਾ ਕੀਤਾ ਜਾਵੇ। ਉਹਨੇ ਆਪਣੇ ਜਿੰਨੇ ਵੀ ਬੋਲਸ਼ਵਿਕ ਸਮਰਥਕ ਸੀਗੇ ਸਾਰੇ ਇਕੱਠੇ ਕਰਨੇ ਸ਼ੁਰੂ ਕਰਤੇ ਅਤੇ ਯੋਜਨਾ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰਤਾ। ਜਿਹੜਾ ਟਰਾਸਕੀ ਸੀ, ਉਹਦੀ ਅਗਵਾਈ ਦੇ ਹੇਠ ਸੱਤਾ ਹਾਸਲ ਕਰਨ ਦੇ ਲਈ ਸੋਵੀਅਤਾਂ ਨੇ ਇੱਕ ਸੈਨਿਕ ਕ੍ਰਾਂਤੀਕਾਰੀ ਸੰਮਤੀ ਦਾ ਗਠਨ ਕਰ ਲਿਆ ਸੀ। 25 ਅਕਤੂਬਰ ਜਾਂ ਆਪਾਂ 7 ਨਵੰਬਰ ਕਹਿ ਸਕਦੇ ਹਾਂ ਦੀ ਦੇਰ ਰਾਤ ਤੱਕ ਸੇਂਟ ਪੀਟਰਸਬਰਗ ਸ਼ਹਿਰ 'ਤੇ ਸੈਨਿਕ ਕ੍ਰਾਂਤੀਕਾਰੀਆਂ ਨੇ ਕਬਜ਼ਾ ਕਰ ਲਿਆ ਸੀ ਅਤੇ ਆਰਜੀ ਸਰਕਾਰ ਦੇ ਜਿਹੜੇ ਮੰਤਰੀ ਸੀ ਉਹਨਾਂ ਨੇ ਆਤਮ ਸਮਰਪਣ ਕਰਤਾ ਸੀ। ਦਸੰਬਰ 1917 ਦੇ ਵਿੱਚ ਬੋਲਸ਼ਵਿਕਾਂ ਨੇ ਰੂਸ ਦੇ ਜਿਹੜੇ 2 ਮੁੱਖ ਸ਼ਹਿਰ ਸੀਗੇ, ਮਾਸਕੋ ਅਤੇ ਪੈਟਰੋਗਰਾਡ, ਦੋਨਾਂ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਅਤੇ ਲੈਨਿਨ ਦੀ ਅਗਵਾਈ ਦੇ ਵਿੱਚ ਜਿਹੜੀ ਨਵੀਂ ਬੋਲਸ਼ਵਿਕ ਸਰਕਾਰ ਸੀ ਉਹ ਸੱਤਾ ਦੇ ਵਿੱਚ ਆ ਗਈ ਸੀ। ਬੋਲਸ਼ਵਿਕਾਂ ਨੇ ਸਮਾਜ ਦੇ ਵਿੱਚ ਕੀ ਕੀ ਪਰਿਵਰਤਨ ਕੀਤੇ, ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ ਕੀ ਕੀ ਪਰਿਵਰਤਨ ਹੋਏ। ਇਹਨਾਂ ਨੇ ਕੀ ਕੀਤਾ, ਆਪਣੀ ਪਾਰਟੀ ਦਾ ਨਾਮ ਰੂਸੀ ਕਮਿਊਨਿਸਟ ਪਾਰਟੀ ਰੱਖ ਲਿਆ ਸੀ। ਜਿਹੜੇ ਕੁਲੀਨ ਵਰਗ ਦੇ ਲੋਕਾਂ ਨੂੰ ਤਾਜ ਵਗੈਰਾ ਮਿਲੇ ਹੋਏ ਸਨ, ਉਪਾਧੀਆਂ, ਉਹ ਸਾਰਿਆਂ 'ਤੇ ਰੋਕ ਲਗਾ ਦਿੱਤੀ ਸੀ। ਬੈਂਕਾਂ ਦਾ ਰਾਸ਼ਟਰੀਕਰਨ ਕਰਕੇ ਸਰਕਾਰ ਨੇ ਇਹਨਾਂ ਦਾ ਨਿਯੰਤਰਣ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਸਰਕਾਰ ਨੇ ਜਗੀਰਦਾਰਾਂ ਤੋਂ ਜ਼ਮੀਨ ਖੋਹ ਕੇ ਕਿਸਾਨਾਂ ਨੂੰ ਦੇ ਦਿੱਤੀ ਸੀ। ਕਿਸੇ ਨੂੰ ਵੀ ਨਿੱਜੀ ਸੰਪਤੀ ਰੱਖਣ ਦਾ ਹੱਕ ਨਹੀਂ ਸੀ। ਬੈਂਕਾਂ, ਬੀਮਾ ਕੰਪਨੀਆਂ, ਖਾਣਾ, ਪਾਣੀ, ਆਵਾਜਾਈ ਦੇ ਸਾਧਨ ਅਤੇ ਰੇਲਵੇ ਦਾ ਕੌਮੀਕਰਨ ਕਰ ਦਿੱਤਾ ਗਿਆ ਸੀ। ਜਿਹੜਾ ਵਿਦੇਸ਼ੀ ਨਿਵੇਸ਼ ਸੀਗਾ ਉਹ ਵੀ ਸਾਰਾ ਜ਼ਬਤ ਕਰ ਲਿਆ ਗਿਆ ਸੀ। ਬੋਲਸ਼ਵਿਕਾਂ ਨੇ ਹੋਰ ਕੀ ਕੀਤਾ, ਜਰਮਨੀ ਦੇ ਨਾਲ ਸੰਧੀ ਕਰ ਲਈ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਕਰਨੀਆਂ ਸ਼ੁਰੂ ਕਰਤੀਆਂ। ਉਹਨਾਂ ਦੇ ਲਈ ਇਹਨਾਂ ਨੇ ਕੀ ਕੀਤਾ, ਇੱਕ ਪ੍ਰਾਵਦਾ ਨਾਮ ਦਾ ਅਖਬਾਰ ਸ਼ੁਰੂ ਕੀਤਾ ਅਤੇ ਉਹਦੇ ਰਾਹੀਂ ਉਸ ਅਖਬਾਰ ਦੇ ਰਾਹੀਂ ਇਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਕਿ ਯੁੱਧ ਰੋਕੋ, ਕਿਸਾਨਾਂ ਨੂੰ ਖੇਤ ਦਿਓ ਅਤੇ ਗਰੀਬਾਂ ਨੂੰ ਰੋਟੀ ਦਿਓ। ਇਹ ਨਾਅਰਾ ਸੀ ਜਿਹੜਾ ਇਹਨਾਂ ਦਾ ਕਾਫੀ ਜ਼ਿਆਦਾ ਪ੍ਰਚਲਿਤ ਹੋਇਆ, ਯੁੱਧ ਰੋਕੋ, ਕਿਸਾਨਾਂ ਨੂੰ ਖੇਤ ਦਿਓ ਅਤੇ ਗਰੀਬਾਂ ਨੂੰ ਰੋਟੀ ਦਿਓ। ਉਸ ਤੋਂ ਬਾਅਦ ਕੀ ਹੁੰਦਾ, ਨਵੰਬਰ 1917 ਦੇ ਵਿੱਚ ਜਦੋਂ ਸੰਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਜਿਹੜੀ ਬੋਲਸ਼ਵਿਕ ਪਾਰਟੀ ਆ ਉਹਨੂੰ ਬਹੁਮਤ ਹਾਸਲ ਨਹੀਂ ਹੁੰਦੀ। ਸੰਵਿਧਾਨ ਸਭਾ ਜਿਹੜੀ ਬੋਲਸ਼ਵਿਕਾਂ ਦੇ ਮਤੇ ਰੱਦ ਕਰ ਦਿੰਦੀ ਹੈ। ਉਸ ਤੋਂ ਬਾਅਦ ਫਿਰ ਦੇਸ਼ ਦੇ ਵਿੱਚ ਗ੍ਰਹਿ ਯੁੱਧ ਹੋਣਾ ਸ਼ੁਰੂ ਹੋ ਜਾਂਦਾ। ਬੋਲਸ਼ਵਿਕਾਂ ਨੇ ਐਲਾਨ ਕਰਤਾ ਕਿ ਜ਼ਮੀਨ ਕਿਸਾਨਾਂ ਨੂੰ ਵੰਡੀ ਜਾਊਗੀ। ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਸੈਨਿਕ ਸੀਗੇ ਉਹ ਜ਼ਮੀਨ ਪ੍ਰਾਪਤ ਕਰਨ ਕਰਕੇ ਫੌਜ ਦੀ ਨੌਕਰੀ ਛੱਡ ਕੇ ਵਾਪਿਸ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਜਿਹੜੇ 2 ਧੜੇ ਬਣੇ ਹੁੰਦੇ ਨੇ ਸੈਨਿਕ ਟੁਕੜੀਆਂ ਦੇ, ਚਿੱਟੇ ਜ਼ਾਰ ਦੇ ਸਮਰਥਕ, ਜਿਹੜੇ ਜ਼ਾਰ ਨਿਕੋਲਸ ਦੇ ਸਮਰਥਕ ਸਨ, ਚਿੱਟੇ ਜ਼ਾਰ ਕਿਹਾ ਜਾਂਦਾ ਸੀ ਉਹਨਾਂ ਨੂੰ, ਅਤੇ ਜਿਹੜੇ ਸਮਾਜਵਾਦੀਆਂ ਦੇ ਸਮਰਥਕ ਸੀ ਉਹਨਾਂ ਨੂੰ ਹਰੇ ਸਮਾਜਵਾਦੀ ਕਿਹਾ ਜਾਂਦਾ ਸੀ। ਦੋਨਾਂ ਦੇ ਵਿੱਚ ਜਦੋਂ ਲੜਾਈ ਹੋਣ ਲੱਗ ਪਈ ਤਾਂ ਉਹਨਾਂ ਨੇ ਰੂਸੀ ਸਾਮਰਾਜ ਦੇ ਬਹੁਤ ਸਾਰੇ ਹਿੱਸਿਆਂ ਦੇ ਉੱਪਰ ਕਬਜ਼ਾ ਕਰ ਲਿਆ। ਦਸੰਬਰ 1922 ਦੇ ਵਿੱਚ ਬੋਲਸ਼ਵਿਕ ਸੀ ਜਿਹੜੇ, ਉਹਨਾਂ ਨੇ ਰੂਸੀ ਸਾਮਰਾਜ ਦੇ ਸਾਰੇ ਹਿੱਸਿਆਂ ਨੂੰ ਇਕੱਠਾ ਕਰਕੇ ਸੋਵੀਅਤ ਸੰਘ ਦੀ ਸਥਾਪਨਾ ਕਰਤੀ, USSR ਦੀ ਸਥਾਪਨਾ ਕਰਤੀ। ਇਹ ਜਿਹੜੇ ਵੱਖ-ਵੱਖ ਉਹਨਾਂ ਨੇ ਕੌਮੀਅਤਾਂ ਨੂੰ ਇਕੱਠਾ ਕੀਤਾ ਸੀਗਾ, ਇਹ ਜਿਹੜਾ ਪ੍ਰਯੋਗ ਸੀ ਲਗਭਗ ਉਹ ਸਫਲ ਰਿਹਾ। ਜਿਹੜੀ ਰੂਸੀ ਕ੍ਰਾਂਤੀ ਸੀ 20ਵੀਂ ਸਦੀ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਮੰਨੀ ਜਾਂਦੀ। ਇਹ ਕ੍ਰਾਂਤੀ 1917 ਦੇ ਵਿੱਚ ਹੋਈ ਸੀ। ਇਹਦੇ ਨਾਲ ਜਿਹੜਾ ਨਿਰੰਕੁਸ਼ ਜ਼ਾਰਸ਼ਾਹੀ ਦਾ ਅੰਤ ਹੋ ਗਿਆ ਸੀ ਅਤੇ ਲੋਕਤੰਤਰ ਦੀ ਸਥਾਪਨਾ ਹੋ ਗਈ ਸੀ। ਇਹਦੇ ਨਾਲ ਰੂਸ ਦੇ ਸਮਾਜਿਕ, ਆਰਥਿਕ ਅਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਜਿਹੜੇ ਪੂੰਜੀਪਤੀ ਵਰਗ ਸੀ ਅਤੇ ਜ਼ਿਮੀਂਦਾਰ ਸੀਗੇ ਉਹਨਾਂ ਦੀ ਸ਼ਕਤੀ ਦਾ ਬਿਲਕੁਲ ਅੰਤ ਹੋ ਗਿਆ ਸੀ ਅਤੇ ਇਸ ਕ੍ਰਾਂਤੀ ਨਾਲ ਮਜ਼ਦੂਰ ਵਰਗ ਦੀ ਤਾਨਾਸ਼ਾਹੀ, ਮਜ਼ਦੂਰ ਵਰਗ ਦੀ ਹੋਂਦ ਨੂੰ ਸਥਾਪਿਤ ਕੀਤਾ ਸੀ। ਇਹਨੇ ਸੰਸਾਰ ਵਿੱਚ ਪਹਿਲੀ ਵਾਰ ਸਮਾਜਵਾਦ ਦੀ ਵਿਚਾਰਧਾਰਾ ਨੂੰ ਸਪਸ਼ਟ ਰੂਪ ਦੇ ਵਿੱਚ ਲਾਗੂ ਕੀਤਾ ਸੀ ਇਸ ਕ੍ਰਾਂਤੀ ਨੇ। ਇਹ ਸੀ ਅੱਜ ਦਾ ਟੌਪਿਕ ਅਤੇ ਇਸ ਤੋਂ ਅੱਗੇ ਇਸ ਪਾਠ ਨਾਲ ਰਿਲੇਟਡ ਕੁਐਸਚਨ ਆਨਸਰ ਨੇਗੇ। ਰੂਸ ਦੀ ਕ੍ਰਾਂਤੀ ਦੌਰਾਨ ਜਿਹੜੇ ਬੋਲਸ਼ਵਿਕ ਸੀ ਉਹਨਾਂ ਦੀ ਅਗਵਾਈ ਕੌਣ ਕਰ ਰਿਹਾ ਸੀ?
ਲੈਨਿਨ। ਮੈਨਸ਼ਵਿਕ ਸਮੂਹ ਦਾ ਨੇਤਾ ਕੌਣ ਸੀ? ਟਰਾਸਕੀ। ਕਿਹੜੇ ਦੇਸ਼ ਨੇ ਆਪਣੇ ਆਪ ਨੂੰ ਪਹਿਲੇ ਵਿਸ਼ਵ ਯੁੱਧ ਵਿੱਚੋਂ ਬਾਹਰ ਕੱਢ ਲਿਆ ਸੀ ਤੇ ਜਰਮਨੀ ਨਾਲ ਸੰਧੀ ਕਰ ਲਈ ਸੀ? ਰੂਸ ਨੇ। ਸੋਵੀਅਤ ਕੀ ਹੁੰਦੀ ਹੈ? ਸਥਾਨਕ ਸਰਕਾਰ। ਜ਼ਾਰ ਕੀ ਹੁੰਦਾ? ਸਰਵਉੱਚ ਸ਼ਾਸਨ। 20ਵੀਂ ਸਦੀ ਦੇ ਵਿੱਚ ਕਿਹੜਾ ਸ਼ਬਦ ਸੀ ਜਿਹੜਾ ਕਿਹੜਾ ਵਿਚਾਰ ਸਭ ਤੋਂ ਵੱਧ ਹੋਂਦ ਵਿੱਚ ਆਇਆ ਸੀ? ਉਹ ਸੀ ਸਮਾਜਵਾਦ ਦਾ। ਡੂਮਾ ਕੀ ਸੀ? ਰੂਸ ਦੀ ਸੰਸਦ ਸੀ। 1917 ਦੇ ਵਿੱਚ ਜਦੋਂ ਕ੍ਰਾਂਤੀ ਹੋਈ ਸੀ ਉਦੋਂ ਰੂਸ ਦਾ ਸ਼ਾਸਕ ਕੌਣ ਸੀ? ਜ਼ਾਰ ਨਿਕੋਲਸ ਦੂਜਾ। 1905 ਈਸਵੀ ਵਿੱਚ ਹੋਣ ਵਾਲੀ ਰੂਸੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ? ਜ਼ਾਰ ਨੂੰ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਜਾਂਦੇ ਸੀ ਮਜ਼ਦੂਰ, ਉਹਨਾਂ ਦੇ ਉੱਪਰ ਗੋਲੀ ਚਲਵਾ ਦਿੱਤੀ ਗਈ ਸੀ। ਰੂਸ ਦੀ ਹਾਰ ਕਿਹੜੇ ਦੇਸ਼ ਤੋਂ ਹੋਈ ਸੀ? ਜਾਪਾਨ ਤੋਂ ਹੋਈ ਸੀ। ਇਸ ਤੋਂ ਅੱਗੇ 50-60 ਸ਼ਬਦਾਂ ਵਾਲੇ ਕੁਐਸਚਨ ਹਨ। ਇਹ ਤੁਸੀਂ ਸਕਰੀਨਸ਼ਾਟ ਲੈ ਕੇ ਨੋਟ ਕਰ ਲੈਣੇ ਹਨ ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਇਹਨਾਂ ਨੂੰ ਯਾਦ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਾ ਆਵੇ। ਸਮਾਜਵਾਦ ਤੇ ਵਿਸਥਾਰ ਸਹਿਤ ਨੋਟ ਲਿਖੋ। ਕਿੰਨਾ ਕਾਰਨਾਂ ਕਰਕੇ ਆਮ ਜਨਤਾ ਨੇ ਬੋਲਸ਼ਵਿਕਾਂ ਦਾ ਸਮਰਥਨ ਕੀਤਾ ਸੀਗਾ? ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ ਬੋਲਸ਼ਵਿਕ ਸਰਕਾਰ ਵੱਲੋਂ ਕਿਹੜੀਆਂ-ਕਿਹੜੀਆਂ ਤਬਦੀਲੀਆਂ ਲਿਆਂਦੀਆਂ ਗਈਆਂ ਸਨ? ਤੇ ਇਹ ਸੀ ਅੱਜ ਦਾ ਟੌਪਿਕ। ਅੰਤਰ ਦੱਸੋ ਉਦਾਰਵਾਦੀ ਅਤੇ ਰੂੜੀਵਾਦੀ। ਜਿਹੜਾ ਮੈਨਸ਼ਵਿਕ ਤੇ ਬੋਲਸ਼ਵਿਕ ਅੰਤਰ ਦੱਸੋ ਵਾਲਾ ਪ੍ਰਸ਼ਨ ਆ ਉਹ ਪਹਿਲਾਂ ਆਪਾਂ ਕਰ ਚੁੱਕੇ ਹਾਂ ਤੇ ਇਹ ਸੀ ਅੱਜ ਦਾ ਟੌਪਿਕ। ਜੇਕਰ ਤੁਹਾਨੂੰ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ, ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।